ਇੱਥੇ ਲੱਖਾਂ ਤੇ ਕਰੋੜਾਂ ਵਾਲੇ, ਰੱਜ ਕੇ ਨਾ ਕੋਈ ਜੀਵਿਆ। ਇੱਥੇ ਲੱਖਾਂ ਤੇ ਕਰੋੜਾਂ ਵਾਲੇ, ਰੱਜ ਕੇ ਨਾ ਕੋਈ ਜੀਵਿਆ। ਇੱਥੇ ਲੱਖਾਂ ਤੇ ਕਰੋੜਾਂ ਵਾਲੇ ਆਏ, ਕਰੋੜਾਂ ਵਾਲੇ। ਇੱਥੇ ਲੱਖਾਂ ਤੇ ਕਰੋੜਾਂ ਵਾਲੇ ਆਏ, ਇੱਥੇ ਲੱਖਾਂ ਤੇ ਕਰੋੜਾਂ ਵਾਲੇ ਆਏ। ਇੱਥੇ ਲੱਖਾਂ ਤੇ ਕਰੋੜਾਂ ਵਾਲੇ ਆਏ, ਕਰੋੜਾਂ ਵਾਲੇ ਆਏ, ਰੱਜ ਕੇ ਨਾ ਕੋਈ ਜੀਵਿਆ। ਲੱਖਾਂ ਤੇ ਕਰੋੜਾਂ ਵਾਲੇ ਆਏ ਨੇ, ਰੱਜ ਕੇ ਨਾ ਕੋਈ ਜੀਵਿਆ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋ। ਗਿਆਨੀ ਜੀਵੈ ਸਦਾ ਸਦਾ, ਸੁਰਤੀ ਪੀਹਤੋ। ਸਰਫੈ ਸਰਫੈ ਸਦਾ ਸਦਾ, ਇਹ ਵਹਿ ਗਈ ਵਿਹਾਰ। ਨਾਨਕ ਕਿਸਨੋ ਆਖੀਐ, ਬਿਨ ਪੁੱਛਿਆ ਹੀ ਲੈ ਜਾਏ। ਜੁਗੋ ਜੁਗ ਅਟਲ ਚੌੜ ਤਖਤ ਦੇ ਮਾਲਕ, ਗੁਰਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਆਓ ਸਰਬੱਤ ਸੰਗਤ ਰਸਨਾ ਨੂੰ ਪਵਿੱਤਰ ਕਰੋ, ਗੱਜ ਕੀ ਫਤਿਹ ਦਾ ਉਚਾਰਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮਕਸਦ ਵਾਸਤੇ ਆਪਾਂ ਸਾਰੇ ਗੁਰੂ ਚਰਨਾਂ ਵਿੱਚ ਜੁੜੇ ਹਾਂ, ਉਹ ਮਕਸਦ ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਬੀਬੀ ਸੁਖਦੀਪ ਕੌਰ ਜੋ ਕਿ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਮਾਪਤ ਕਰਦੇ ਹੋਇਆਂ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਨੇ। ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਜਿਤਨੇ ਵੀ ਮਾਈ ਭਾਈ, ਰਿਸ਼ਤੇਦਾਰ, ਸਾਕ ਸੰਬੰਧੀ ਜਿੱਥੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਹਨ, ਉੱਥੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਵੀ ਸਾਰੇ ਆਏ ਨੇ ਕਿ ਸੱਚੇ ਪਾਤਸ਼ਾਹ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਦਿਓ, ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ੋ। ਸੋ ਸਾਰੇ ਹੀ ਇਸ ਮਕਸਦ ਨੂੰ ਲੈ ਕੇ ਪਹੁੰਚੇ ਨੇ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਗੁਰੂ ਸਾਹਿਬ ਜੀ ਵਚਨ ਕਰਦੇ ਨੇ, ਜਿਹੜੀ ਚੀਜ਼ ਉਪਜੀ ਹੈ, ਪੈਦਾ ਹੋਈ ਹੈ, ਉਹਨੇ ਖਤਮ ਹੋਣਾ ਹੈ। ਅਨੇਕਾਂ ਹੀ ਸਾਧ ਸੰਗਤ ਜੀ ਸਾਡੇ ਅੱਖਾਂ ਦੇ ਸਾਹਮਣੇ
बहुत सारियां चीज़ां बणीਆਂ ਤੇ ਸਾਡੀਆਂ ਅੱਖਾਂ ਦੇ ਵੇਖਦਿਆਂ ਵੇਖਦਿਆਂ बहुत ਸਾਰੀਆਂ ਚੀਜ਼ਾਂ ਨਸ਼ਟ ਵੀ ਹੋ ਗਈਆਂ, ਜਿਹਦੇ ਵਿੱਚ ਬਹੁਤ ਸਾਰੀਆਂ ਸਥੂਲ ਚੀਜ਼ਾਂ ਵੀ ਨੇ। बहुत सारे साडे रिश्तेदार मित्र संबंधी भी ने जिहड़े आए संसार दे विच साडियां अखां दे सामने ही आए ते साडियां अखां दे सामने ही ओले हो गए। फरीद साहब जी बचन करते ने, फरीदा इन्हीं लोइणी देखदे आ केती चल गई। कहने मेरियां दो अखां दे नाल वेखदे वेखदे पतियां किन्नी क दुनिया चल के परे हो गई। फरीदा लोका आपो अपनी मैं अपनी पई। कहने लोकां नूं अपनी पई है ते मैनूं अपनी पई है, पर मेरियां इन्हां दो अखां दे नाल पता नहीं कितनी क दुनिया किन्ने क दुनिया दे लोग संसार च आए ते संसार तो कूच कर गए चले गए। साध संगत जी सतगुरु जी दा बचन साहिब कहंदे चेतना है तो चेत लै निस दिन मह प्रानी, छिन छिन औद बिहात है फूटे घट ज्यों पानी। घट नाम घड़े दा है। तुसीं बहुत सारे ने घड़े वेखे भी होणगे वरते भी होणगे, भावें कि हुण युग बदल गया है, घड़ियां नूं वरतना बहुत घट गया। जे कोई डॉक्टर सानू कह दे तां किते असीं वरत लैने, नहीं तां असीं फ्रिज दा ही पानी पीने। घड़ा जिस घड़े नूं श्री गुरु ग्रंथ साहिब महाराज कहंदे छेक हो जे ना, सुराख हो जे, उस घड़े विच पिया होया जिहड़ा पानी है वो कदे भी उस घड़े च रह नहीं सकता। सतगुरु कहंदे ऐसे तरह ही तेरा शरीर है, शरीर विच साह ने, शरीर तेरा घड़े वर्गा है, इस घड़े नूं छेक होए है। जिन्हां छेकां दे नाल इस दे विच पए होए सवासां रूपी पानी जिहड़ा है शरीर दा, ਉਹ ਜਿਵੇਂ ਛੇਕ ਵਾਲੇ ਘੜੇ ਚੋਂ ਪਾਣੀ ਸਿਮ ਸਿਮ ਕੇ ਘੜਾ ਹੋ ਜਾਂਦਾ ਖਾਲੀ, ਉਸੇ ਤਰ੍ਹਾਂ ਸਰੀਰ ਵਿੱਚੋਂ ਸਾਹ ਨਿਕਲਦੇ ਨਿਕਲਦੇ ਇਹ ਸਰੀਰ ਵੀ ਸਾਹ ਨਹੀਂ ਖਾਲੀ ਰਹਿ ਜਾਂਦਾ, ਸਾਹ ਜਿਹੜੇ ਨੇ ਉਹ ਮੁੱਕ ਜਾਂਦੇ ਨੇ। ਆ ਜਿਹੜੀ ਬੀਬੀ ਸੁਖਦੀਪ ਕੌਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਆ, ਇਹਨਾਂ ਨਾਲ ਇਹੀ ਵਾਕਿਆ ਹੋਇਆ। ਇਹਨਾਂ ਦੇ ਸਰੀਰ ਵਿੱਚ ਪਏ ਹੋਏ ਸਾਹ ਇੱਕ ਇੱਕ ਕਰਕੇ ਰੋਜ਼ 24,000 ਦੇ ਹਿਸਾਬ ਦੇ ਨਾਲ ਇੱਕ ਦਿਨ ਦੇ ਵਿੱਚ 24 ਘੰਟਿਆਂ 'ਚ ਮੁੱਕਦੇ ਮੁੱਕਦੇ ਖਤਮ ਹੁੰਦੇ ਹੁੰਦੇ ਉਹ ਬਿਲਕੁਲ ਖਤਮ ਹੀ ਹੋ ਗਏ, ਜਿਹਦੇ ਨਾਲ ਸਰੀਰ ਰੂਪੀ ਘੜਾ ਖਾਲੀ ਰਹਿ ਗਿਆ, ਪਿੰਜਰ ਰਹਿ ਗਿਆ, ਵਿੱਚੋਂ ਸਾਹ ਉੱਡ ਗਏ, ਜਿਨ੍ਹਾਂ ਸਾਹਾਂ ਕਰਕੇ ਮਨੁੱਖ ਦੀ ਜ਼ਿੰਦਗੀ ਹੈ। ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਵਾਜਾ ਪਵਨ ਵਜਾਇਆ, ਇਹ ਪੌਣ ਦਾ ਵਾਜਾ ਸਾਡੇ ਅੰਦਰ ਵੱਜ ਰਿਹਾ। ਜਿਸ ਦਿਨ ਸਾਡੇ ਵਿੱਚੋਂ ਹਵਾ ਨਿਕਲ ਗਈ ਉਸ ਦਿਨ ਸਾਡਾ ਸਰੀਰ ਸਾਸਨ ਦੀ ਮਿੱਟੀ ਦੀ ਢੇਰੀ ਬਣ ਜਾਵੇਗਾ। ਇਹ ਪੌਣ ਦਾ ਵਾਜਾ ਹਵਾ ਦਾ ਵਾਜਾ ਵੱਜਿਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਆਨੰਦ ਸਾਹਿਬ ਦੇ ਵਿੱਚ ਬਚਨ ਕੀਤੇ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਕਨਾ 10ਵਾਂ ਦਵਾਰ ਦਿਖਾਇਆ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵੀ ਇਸ ਦੇ ਅੰਦਰ ਪੌਣ ਦਾ ਵਾਜਾ ਹੈ। ਜਦ ਤੱਕ ਪੌਣ ਹੈ ਵਾਜਾ ਵੱਜੇਗਾ, ਜਿਸ ਦਿਨ ਪੌਣ ਨਿਕਲ ਗਈ, ਹਵਾ ਨਿਕਲ ਗਈ ਤੇ ਉਹ ਵਾਜਾ ਬਿਲਕੁਲ ਖਤਮ ਹੋ ਜਾਏਗਾ ਤੇ ਉਹ ਵਾਜਾ ਜਿਹੜਾ ਹੈ ਨਾ ਉਹ ਫਿਰ ਵੱਜਣੋਂ ਹਟ ਜਾਏਗਾ। ਜਿਵੇਂ ਆ ਜਿਹੜਾ ਵਾਜਾ ਮੇਰੇ ਅੱਗੇ ਪਿਆ ਇਹ ਵੀ ਪੌਣ ਦਾ ਵਾਜਾ ਹੈ। ਇਹਦੇ ਨਾਲ ਜੇ ਪੱਖੇ ਦੇ ਨਾਲ ਹੀ ਚ ਹਵਾ ਭਰੇਗੀ ਤਾਂ ਇਹਦੀਆਂ ਸੁਰਾਂ ਬੋਲਣਗੀਆਂ, ਤੇ ਜੇ ਇਹਦੀ ਹਵਾ ਇਹਦੇ ਚ ਨਾ ਭਰੀ, ਇਹਦੇ ਵਿੱਚ ਹਵਾ ਨਾ ਹੋਈ ਤੇ ਇਹਦੀਆਂ ਸੁਰਾਂ ਜਿੰਨੀਆਂ ਮਰਜ਼ੀ ਦੱਬ ਲਓ, ਇਹਨੇ ਕੋਈ ਆਵਾਜ਼ ਨਹੀਂ ਕੱਢਣੀ। ਇਹਦੇ ਆਵਾਜ਼ ਕੱਢਣ ਵਾਸਤੇ ਸਾਨੂੰ ਇਹਦੇ ਚ ਹਵਾ ਭਰਨੀ ਪਵੇਗੀ। ਜਿੰਨੀ ਦੇਰ ਇਹਦੇ ਵਿੱਚ ਹਵਾ ਹੋਵੇਗੀ ਉਨੀ ਦੇਰ ਵੱਜੇਗਾ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਜਿੰਨੀ ਦੇਰ ਪੌਣ ਦਾ ਵਾਜਾ ਹੈ, ਸਵਾਸਾਂ ਦਾ ਵਾਜਾ ਹੈ, ਉਨੀ ਦੇਰ ਇਹ ਬੋਲ ਸਕੇਗਾ।
उन्नी देर यह देख सकेगा, उन्नी देर ये बंदा सुन सकेगा, हथ पैर इहदे काम कर सकणगे। जिस दिन पाउण दा वाजा इहदे विचों निकल गया ते धन श्री गुरु ग्रंथ साहिब महाराज सच्चे पातशाह कहंदे जोत खिंचै ढह ढेरी होए। जिस दिन इहदे विचों जोत निकल गई, परमात्मा ने जोत खिंच लई, उस दिन साध संगत जी ये मनुख ढह ढेरी भाव एक मिट्टी की ढेरी बन के रह जाएगा। ते ये नहीं पता सानू भी साडा पाउण दा वाजा खत्म कदों हो जाए, ये किसी नूं नहीं पता। कोई बंदा अपने विचों दावे नाल नहीं कह सकदा कि मैं इन्ना जिउणा है, कोई बंदा नहीं कह सकदा। हाँ आसां दे आसां ला के आपां बथेरा कुछ कह सकते हैं। मनुख आस ला के जीवन दी बहुत कुछ शास्त्र दी रेते दी कंधां आपां खड़ियां कीतियां होईयां भी असीं आह करना है, असीं आह करना है। पर धन धन शास्त्र श्री गुरु ग्रंथ साहिब च भगत फरीद जी कहंदे ने, फरीदा दरियावे कन्ने बगला, कन्ने तो भाव भी दरिया दे कंढे दे उत्ते बगला बैठा केल करे। कहंदे केलां करदा खेडां करदा, केल करिंदे हंजनो अचिंते बाज पए। कहंदे ने उहनूं खेडां खेडदे नूं दरिया दे कंढे अचिंते ही बाज पै गए, टुट के पै गए बाज। बाज पए तिस रब दे केलां विसरियां। जदों बाज टुट के पै गया ते सारियां केलां सारियां जिहड़ियां खेडां सी ओह विसर गईयां। कई बार साध संगत जी मनुख रंगरलियां माणदा है, जीवन दे विच आपां सारे ही माणदे आ, बड़े चाह माणदे आ आपां। एकदम कोई दुखदाई खबर सुनने नूं मिल जाए, सारियां खेडां विसर जांदियां, सारियां खुशियां भुल जांदियां ने। किसी खुशी दे मौके जेकर इस तरह की खबर सुनने नूं मिल जाए, कोई दुखदाई खबर सुनने नूं मिल जाए, सारियां खुशियां साध संगत जी सोग दे विच बदल जांदियां ने। ऐसे तरह भगत फरीद जी कहंदे केल करेंजे हंद नूं अचिंते बाज पए। बाज पए तिस रब दे केलां विसरियां, जो मन चितना चेते सन सो गाली रब की। मनुख नाल भी यही भाणा विसरदा है, मनुख नाल दी भी यही भाणा वापरदा है। साध संगत जी असीं सारे संसार च रहिंदे आ, संसार दी हर एक वस्तु दे नाल साडा मोह है। जे मैं कहां भी मेरा मोह टुट गया, साध संगत जी ये मेरी अज्ञानता है। हर एक मनुख संसार दे अंदर मोह दीआं तंदां नाल जुड़िया है। सानू हर एक चीज़ नाल मोह है, धीआं पुत्रां दे नाल साडा मोह है, माता पिता दे नाल साडा मोह है, दुनिया दी धन दौलत दे नाल साडा मोह जुड़िया है। कोई बंदा इतों ओले नहीं हो सकदा। साध संगत जी ये साडियां मोह दीआं तंदां ने। जदों कोई भी मोह दी तंद टुटदी है ते सानू दुख हुंदा है, सानू तकलीफ हुंदी है। जिवें साध संगत जी तुहाडे घरां च दरख्त खड़े होणगे जां तुहाडे खेतां च कोई दरख्त होवे, उस दरख्त दी जदों कोई टाहणी टुटदी है, वो टाहणी टुटण दे नाल तुसीं वेखोगे जिथों टाहणी टुटदी है उत्थे पानी आ जांदा है। इसे तरह जदों कोई साडा स्नेही, साडा कोई बहुता प्यारा, साडा जिहड़ा नेड़े रहण वाला जदों साडे जीवन विचों जांदा है ते उस वेले सानू भी दुख हुंदा है, सानू भी तकलीफ हुंदी है, क्योंकि साडा उहदे नाल मोह है। श्री गुरु ग्रंथ साहिब महाराज सच्चे पातशाह जी ने सानू भाणा मन्नण दा उपदेश दिता है। वो क्यों दिता है? क्योंकि धन श्री गुरु ग्रंथ साहिब महाराज सच्चे पातशाह महाराज सानू खड़ाउणा चाहुंदे ने, स्थिर करना चाहुंदे ने। सतगुरु महाराज सच्चे पातशाह जी ने सानू भाणा मन्नण दा जिहड़ा हुक्म कीता गुरु साहब जी ने कि भाई गुरु के सिखा, ये जीवन दी खेड है, जीवन दी लीला है। इत्थे तां जो दिन आवे सो दिन जाही, करना कूच रहन थिर नाही, संग चलत है हम भी चलना। भी इत्थे तां नाल दे चले गए ने, तू भी जाना है। गुरु साहब जी सानू स्थिर करदे ने, सानू भाणा मनण दा हुक्म करदे। सर भाणा मनण दा सतगुरु सच्चे पातशाह जी
ਸਾਨੂੰ ਬਲ ਬਖਸ਼ਦੇ ਨੇ ਜਦੋਂ ਅਸੀਂ ਗੁਰੂ ਜੀ ਨਾਲ ਜੁੜਦੇ ਹਾਂ। ਪਰ ਜਿਹੜੀਆਂ ਇਹ ਮੋਹ ਦੀਆਂ ਤੰਦਾਂ ਨੇ, ਇਹਦੇ ਵਿੱਚ ਸਾਧ ਸੰਗਤ ਜੀ ਜਦੋਂ ਕੋਈ ਤੰਦ ਟੁੱਟਦੀ ਹੈ ਤੇ ਸਾਨੂੰ ਦੁੱਖ ਹੁੰਦਾ ਹੈ, ਤਕਲੀਫ ਹੁੰਦੀ। ਇਸ ਕਰਕੇ ਇਹ ਜੀਵਨ ਦੇ ਵਿੱਚ ਪਾਉਣ ਦਾ ਵਾਜਾ ਜਿਹੜਾ ਵੱਜ ਰਿਹਾ, ਗੁਰੂ ਸਾਹਿਬ ਕਹਿੰਦੇ ਇਹਦਾ ਪਤਾ ਨਹੀਂ ਕਦੋਂ ਇਹ ਵਾਜਾ ਵੱਜਣੋਂ ਹਟ ਜੀ, ਇਹਦਾ ਕੁਝ ਨਹੀਂ ਪਤਾ। ਜਿਵੇਂ ਸਾਧ ਸੰਗਤ ਜੀ ਕੋਈ ਪੰਛੀ ਚੋਗਾ ਨਹੀਂ ਚੁਗਦੇ, ਪੰਛੀ ਚੋਗਾ ਚੁਗਦੇ ਨੇ। ਕੋਈ ਜੰਗਲ ਦੇ ਵਿੱਚ ਸਾਧ ਸੰਗਤ ਜੀ ਸ਼ਿਕਾਰੀ ਨੇ ਪੰਛੀਆਂ ਨੂੰ ਪਕੜਨਾ ਹੈ, ਉਹ ਕੀ ਕਰਦਾ ਹੈ? ਉਹ ਸਭ ਤੋਂ ਪਹਿਲਾਂ ਚੋਗ ਖਿਲਾਰ ਦਿੰਦਾ ਹੈ। ਜੰਗਲ ਦੇ ਵਿੱਚ ਉਹਨੇ ਚੋਗਾ ਦਾਣੇ ਖਿਲਾਰ ਦੇਣੇ, ਦਾਣੇ ਖਿਲਾਰ ਕੇ ਸਾਧ ਸੰਗਤ ਜੀ ਉਹਨੇ ਜਾਲ ਜਿਹੜਾ ਹੈ ਨਾ, ਜਿਸ ਜਾਲ ਦੇ ਵਿੱਚ ਉਹਨੇ ਪੰਛੀਆਂ ਨੂੰ ਪਕੜਨਾ ਹੈ, ਉਹ ਜਾਲ ਵੀ ਤਾਣ ਦਿੰਦਾ ਪਹਿਲਾਂ ਹੀ, ਆਪਣੀ ਪੂਰੀ ਤਿਆਰੀ ਕਰਕੇ ਰੱਖਦਾ। ਜਾਲ ਤਾਣ ਦਿੰਦਾ ਤੇ ਚੋਗਾ ਪਾ ਦਿੰਦਾ, ਕਿਉਂਕਿ ਸ਼ਿਕਾਰੀ ਨੂੰ ਪਤਾ ਹੈ ਵੀ ਜਿਹੜੇ ਪੰਛੀ ਨੇ ਉਹਨਾਂ ਨੇ ਚੋਗਾ ਚੁਗਣ ਆਉਣਾ ਹੈ, ਚੋਗੇ ਤੋਂ ਬਗੈਰ ਉਹ ਆਉਣਗੇ ਨਹੀਂ। ਉਹ ਚੋਗਾ ਪਾ ਦਿੰਦਾ ਤੇ ਜਾਲ ਨੂੰ ਫੈਲਾ ਦਿੰਦਾ। ਜਦੋਂ ਹੀ ਸਾਧ ਸੰਗਤ ਜੀ ਉਹ ਪੰਛੀ ਜਿਹੜੇ ਨੇ ਉਹ ਚੋਗਾ ਚੁਗਣ ਵਾਸਤੇ ਆਉਂਦੇ ਨੇ, ਚੋਗਾ ਚੁਗੀ ਜਾਂਦੇ ਚੁਗੀ ਜਾਂਦੇ ਚੁਗੀ ਜਾਂਦੇ। ਜਦੋਂ ਸ਼ਿਕਾਰੀ ਇੱਕ ਪਾਸੇ ਬੈਠਾ ਵੇਖੀ ਜਾਂਦਾ ਹੈ, ਜਦੋਂ ਉਹ ਚੋਗੇ ਦੇ ਵਿੱਚ ਆਪਣੇ ਦਾਣੇ ਖਾਣ ਦੇ ਵਿੱਚ ਪੰਛੀ ਬਿਲਕੁਲ ਮਸਤ ਹੋ ਜਾਂਦੇ ਆ, ਉਹਨਾਂ ਨੂੰ ਸੁੱਧ ਬੁੱਧ ਨਹੀਂ ਰਹਿੰਦੀ ਆਲੇ ਦੁਆਲੇ ਦੀ, ਤੇ ਉਸ ਵੇਲੇ ਸ਼ਿਕਾਰੀ ਨੂੰ ਮੌਕਾ ਮਿਲਦਾ ਹੈ। ਸ਼ਿਕਾਰੀ ਕੀ ਕਰਦਾ, ਉਹ ਸਮਝ ਜਾਂਦਾ ਵੀ ਹੁਣ ਇਹ ਜਿਹੜੇ ਪੰਛੀ ਨੇ ਇਹ ਚੋਗਾ ਖਾਣ ਦੇ ਵਿੱਚ, ਚੋਗਾ ਚੁਗਣ ਦੇ ਵਿੱਚ ਇੰਨੇ ਮਸਤ ਹੋ ਗਏ ਵੀ ਇਹਨੂੰ ਆਲੇ ਦੁਆਲੇ ਦੀ ਕੋਈ ਸੁੱਧ ਨਹੀਂ ਰਹੀ। ਫਿਰ ਉਹ ਆਪਣੇ ਪਾਏ ਹੋਏ ਜਾਲ ਨੂੰ ਹੇਠਾਂ ਸੁੱਟਦਾ। ਜਦੋਂ ਹੀ ਜਾਲ ਹੇਠਾਂ ਡਿੱਗਦਾ, ਜਿੰਨੇ ਪੰਛੀ ਉਸ ਜਾਲ ਦੇ ਦਾਇਰੇ ਵਿੱਚ ਆ ਜਾਂਦੇ ਨੇ, ਉਹ ਸਾਰੇ ਦੇ ਸਾਰੇ ਪੰਛੀ ਜਿਹੜੇ ਨੇ ਉਸ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦੇ ਨੇ। ਉਹ ਜਾਲ 'ਚ ਫਸੇ ਹੋਏ ਪੰਛੀ ਸਾਧ ਸੰਗਤ ਜੀ ਯਤਨ ਤਾਂ ਬਹੁਤ ਕਰਦੇ ਆ, ਬੜਾ ਯਤਨ ਕਰਦੇ ਨੇ ਕਿ ਜਾਲ ਵਿੱਚੋਂ ਨਿਕਲ ਜਾਈਏ, ਪਰ ਸਾਧ ਸੰਗਤ ਜੀ ਉਹ ਜਾਲ ਵਿੱਚੋਂ ਨਿਕਲ ਨਹੀਂ ਸਕਦੇ, ਕਿਉਂਕਿ ਉਹਦਾ ਜਾਲ ਹੀ ਸ਼ਿਕਾਰੀ ਦਾ ਐਸਾ ਹੈ, ਬਸ ਉਸ ਜਾਲ ਵਿੱਚ ਜਿਹੜਾ ਪੰਛੀ ਇੱਕ ਵਾਰ ਫਸ ਗਿਆ ਉਹ ਦੁਬਾਰਾ ਉਸ ਜਾਲ ਚੋਂ ਨਿਕਲ ਨਹੀਂ ਸਕਦਾ। ਫਸੇ ਕਦੋਂ? ਜਦੋਂ ਸਾਧ ਸੰਗਤ ਜੀ ਉਹ ਚੋਗਾ ਚੁਗਣ 'ਚ ਮਸਤ ਹੋ ਗਏ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਚੋਗਾ ਪਿਆ ਹੋਇਆ, ਕਿੰਨੇ ਚੋਗੇ ਅਸੀਂ ਸੰਸਾਰ ਵਿੱਚ ਚੁਗਦੇ ਆ। ਦੁਨੀਆ ਦੇ ਰੰਗ ਤਮਾਸ਼ੇ, ਖਾਣ ਪੀਣ ਪਹਿਨਣ, ਕਿੰਨਾ ਕੁਛ ਹੈ, ਇਹ ਦੁਨੀਆ ਦੇ ਚੋਗੇ ਨੇ। ਮਨੁੱਖ ਚੁਗਦਾ ਹੈ ਚੰਗੇ ਮਹਿਲ ਮਾੜੀਆਂ 'ਚ ਰਹਿਣਾ, ਚੰਗਾ ਭੋਜਨ ਖਾਣਾ, ਚੰਗੇ ਬਸਤਰ ਪਾਉਣੇ, ਚੰਗੀਆਂ ਰੰਗ ਰਲੀਆਂ ਮਨਾਉਣੀਆਂ, ਇਹ ਸਾਰੇ ਚੋਗੇ ਨੇ। ਜਦੋਂ ਮਨੁੱਖ ਇਹਨਾਂ ਚੋਗਿਆਂ ਦੇ ਵਿੱਚ ਮਸਤ ਹੋ ਜਾਂਦਾ ਹੈ, ਫਿਰ ਇੱਕਦਮ ਸਾਧ ਸੰਗਤ ਜੀ ਮੌਤ ਰੂਪੀ ਸ਼ਿਕਾਰੀ ਦਾ ਜਾਲ ਪੈਂਦਾ ਹੈ। ਤੇ ਜਦੋਂ ਹੀ ਇਸ ਮਨੁੱਖ ਦੇ ਤੇ ਜਾਲ ਪੈਂਦਾ ਹੈ, ਬਸ ਇਹਨੂੰ ਪਤਾ ਹੀ ਨਹੀਂ ਚੱਲਦਾ, ਇਹ ਸੰਸਾਰ ਦੇ ਧੰਦੇ ਧੰਦਾਰਾਂ, ਦੁਨੀਆ ਦੇ ਰੰਗ ਤਮਾਸ਼ਿਆਂ 'ਚ, ਖਾਣ ਪੀਣ ਪਹਿਨਣ ਰੂਪੀ ਚੋਗੇ ਵਿੱਚ ਮਸਤ ਹੋਇਆ ਹੁੰਦਾ ਹੈ। ਇੱਕਦਮ ਜਦੋਂ ਮੌਤ ਦਾ ਸਾਧ ਸੰਗਤ ਜੀ ਜਾਲ ਇਹਦੇ ਸਿਰ ਤੇ ਪੈਂਦਾ ਆ ਕੇ, ਤੇ ਉਦੋਂ ਹੀ ਪਤਾ ਲੱਗਦਾ ਹੈ, ਜਦੋਂ ਮੌਤ ਦੇ ਮੂੰਹ 'ਚ ਚਲਿਆ ਜਾਂਦਾ ਹੈ, ਫਿਰ ਸਾਧ ਸੰਗਤ ਜੀ ਪਤਾ ਹੀ ਨਹੀਂ ਲੱਗਦਾ ਇਹਨੂੰ ਕਿ ਮੇਰੇ ਨਾਲ ਬੀਤਿਆ ਤੇ ਬੀਤਿਆ ਕੀ ਹੈ। ਸਤਿਗੁਰੂ ਕਹਿੰਦੇ ਜਿਵੇਂ ਉਹਨਾਂ ਪੰਛੀਆਂ ਨਾਲ ਬੀਤਦਾ ਹੈ, ਇੱਕਦਮ ਚੋਗਾ ਚੁਗਦੇ ਚੁਗਦਿਆਂ ਨੂੰ ਇੱਕਦਮ ਜਾਲ ਪੈ ਗਿਆ, ਇੱਕਦਮ ਜਾਲ ਵਿੱਚ ਫਸ ਜਾਂਦੇ ਨੇ। ਉਸੇ ਤਰ੍ਹਾਂ ਸਾਧ ਸੰਗਤ ਜੀ ਇਹ ਮਨੁੱਖ ਦੁਨੀਆ ਵਿੱਚ ਰਹਿੰਦਾ, ਘਰ-ਬਾਰ ਦੇ ਵਿੱਚ ਕੰਮਾਂ ਕਾਰਾਂ ਨੂੰ ਕਰਦਾ ਹੋਇਆ, ਧੀਆਂ ਪੁੱਤਰਾਂ 'ਚ ਰਹਿੰਦਾ, ਖਾਂਦਾ ਪੀਂਦਾ ਪਹਿਨਦਾ, ਇੱਕਦਮ ਐਸਾ ਸਮਾਂ ਆ ਜਾਂਦਾ ਇਸ ਮਨੁੱਖ ਤੇ, ਇਹਨੂੰ ਪਤਾ ਹੀ ਨਹੀਂ ਚੱਲਦਾ ਵੀ ਮੈਂ ਕਿਹੜੇ ਮੌਤ ਦੇ ਮੂੰਹ ਵਿੱਚ ਪੈ ਗਿਆ। ਸਤਿਗੁਰੂ ਕਹਿੰਦੇ ਤੇਰੇ ਵੀ ਐਸਾ ਹੀ ਗਲੇਲਾ ਮੌਤ ਰੂਪੀ ਸ਼ਿਕਾਰੀ ਨੇ ਮਾਰਨਾ ਹੈ। ਕਦੋਂ ਮਾਰਨਾ? ਜਦੋਂ ਸੰਸਾਰ ਦੇ ਖਾਣ ਪੀਣ ਪਹਿਨਣ ਰੂਪੀ ਚੋਗਿਆਂ ਨੂੰ ਤੂੰ ਚੁਗਦਾ ਹੋਵੇਂਗਾ ਨਾ, ਉਸ ਵੇਲੇ ਮੌਤ ਦਾ ਗਲੇਲਾ ਤੈਨੂੰ ਵੱਜਣਾ ਹੈ।
ਤੇ ਤੂੰ ਮੌਤ ਦੇ ਜਾਲ ਵਿੱਚ ਫਸ ਜਾਣਾ, ਮੁੜ ਕੇ ਨਿਕਲਣਾ ਨਹੀਂ ਹੈ। तेरे काल ने गुलेला मारना जी, तेरे काल ने गुलेला मारना। चोगा चुग दे प्यारिया प्यारिया, चोगा चुग दे तेरे काल ने। काल ने गुलेला मारना, तेरे काल ने गुलेला मारना। काल ने गुलेला मारना जी, तेरे काल ने गुलेला मारना। तेरे काल ने गुलेला मारना भाई, काल ने गुलेला मारना। मौत ने गुलेला मारना, मौत ने गुलेला मारना। तेरे काल ने गुलेला मारना, चोगा चुग दे बंदिया बंदिया। चोगा चुग दे तेरे काल ने। मौत जदों साध संग जी गलेला मारेगी ते पता ही नहीं चलना बंदे नूं कि मेरे नाल बीतिया की है, मेरे नाल होया की है। मलकल मौत जा आवसी सब दरवाजे भन। गुरु साहब कहने सारे दरवाजे भन के आउंदी है। मौत तो कोई बंदा बच के नहीं निकलिया, जेड़ा बच के निकल गया समझ लो उहदी आई नहीं सी। कई बार बच नहीं जाते बंदे, बहुत बड़ा भारी एक्सीडेंट होया भी बंदा बच गया, भी चांस नहीं सी कि बच जाता पर बच गया, समझ लो उहदी आई नहीं सी। जिनकी चीरी दरगाह पाटी तिना मरना भाई, जिन्हां दी चिट्ठी दरगाह चों फट गई ते समझ लो साध संगत जी उन्हां दा मरना हो ही गया। उन्होंने को रोक सकदा, जिन्ने मर्जी यतन कर लो। ते जिन्हें नहीं जाना उहदियां अरदासां भी कराउंदे मैं वेखे कि बाबा जी दी अरदास कर दो भी चला जावे। ऐदां दे भी संसार च लोग ने भी मंजे च पिया बजुर्ग दी अरदास कर दो जी भी जा इधर हो जाए जा उधर हो जाए, पर जदों मौत ही नहीं आई इधर उधर किवें हो जाऊगा। पर जदों आ गई उदों साध संगत जी कोई रोक नहीं सकदा। ते साध संगत जी सतगुरु महाराज सच्चे पातशाह जी नूं पुछया, महाराज जी भी जदों मौत आउंदी है कोई दस्सिया जांदा कुछ भी, हाँ भाई ये फलाणे दी मौत आ गई हुण इहनूं लैके चले, कुछ माड़ा मोटा पता लगदा? सतगुरु गुरु ग्रंथ साहिब महाराज कहंदे ना भी सिखो, मौत आई दा नहीं पता लगदा, कोई नहीं दसदा, ना कोई दसदा भी कदों लैके चले आ, ना कोई ये दसदा भी कित्थे लैके चले, कुछ नहीं पता। ये सारी खेड जिहड़ी है ना गुप्त है, कुछ नहीं पता चलदा।
ਸਾਧ ਸੰਗਤ ਜੀ ਬੱਚੇ ਨੇ ਪੈਦਾ ਹੋਣਾ ਹੋਵੇ ਨਾ, ਆ ਤੁਹਾਡੇ ਘਰਾਂ ਵਿੱਚ ਸਾਰਿਆਂ ਦੇ ਆਪਣੇ ਸਾਰੇ ਘਰਾਂ ਵਿੱਚ ਬੱਚੇ ਨੇ। ਕਿਸੇ ਬੱਚੇ ਨੇ ਪੈਦਾ ਹੋਣਾ ਹੋਵੇ ਤੇ 9 ਮਹੀਨੇ ਪਹਿਲਾਂ ਡਾਕਟਰ ਦੀਆਂ ਰਿਪੋਰਟਾਂ ਦੱਸ ਦਿੰਦੀਆਂ ਨੇ ਕਿ ਕਿਸੇ ਬੱਚੇ ਨੇ ਜਨਮ ਲੈਣਾ ਹੈ, 9 ਮਹੀਨੇ ਪਹਿਲਾਂ। ਪਰ ਜਿਹੜੇ ਬੰਦੇ ਦੀ ਮੌਤ ਹੋਣੀ ਹੈ ਉਹਦਾ ਇੱਕ ਪਲ ਵੀ ਪਹਿਲਾਂ ਨਹੀਂ ਪਤਾ ਹੁੰਦਾ ਵੀ ਇਹਨੇ ਹੁਣ ਇੱਕ ਪਲ ਬਾਅਦ ਮਰ ਜਾਣਾ। ਕੋਈ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਡਾਕਟਰੀ ਟ੍ਰੀਟਮੈਂਟ ਨਹੀਂ ਆਇਆ, ਕੋਈ ਐਸੀ ਮਸ਼ੀਨ ਨਹੀਂ ਬਣੀ ਜਿਹੜੀ ਦੱਸ ਸਕੇ ਵੀ ਆਹ ਬੰਦਾ ਹੁਣ ਕਿੰਨੀ ਦੇਰ ਬਾਅਦ ਮਰ ਜਾਊਗਾ। ਜਿਹਨੇ ਸੰਸਾਰ 'ਚ ਆਉਣਾ ਹੈ, ਜਨਮ ਲੈਣਾ, ਉਹਦਾ 9 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਹੈ। ਪਰ ਜਿਹਨੇ ਮਰਨਾ ਹੈ ਉਹਦਾ ਇੱਕ ਪਲ ਦਾ ਵੀ ਨਹੀਂ ਪਤਾ ਲੱਗਦਾ ਵੀ ਇਹਦਾ ਇੱਕ ਪਲ ਤੋਂ ਬਾਅਦ ਹੋਣਾ ਕੀ ਹੈ। ਹੁਣ ਆਪਾਂ ਬੈਠੇ ਹਾਂ ਨਾ, ਇੱਕ ਪਲ ਬਾਅਦ ਪਤਾ ਨਹੀਂ ਆਪਣੇ ਨਾਲ ਕੀ ਹੋਣਾ ਹੈ, ਕੁਝ ਨਹੀਂ ਪਤਾ। ਅਨੇਕਾਂ ਵੀਡੀਓ ਤੁਸੀਂ ਵੇਖਦੇ ਹੋਵੋਗੇ ਤੇ ਸਾਧ ਸੰਗਤ ਜੀ ਬੈਠਾ ਹੀ ਬੰਦਾ ਇੱਕਦਮ ਬੈਠਾ ਹੈ, ਪਿੱਛੇ ਨੂੰ ਡਿੱਗਿਆ ਲੈ ਨਾਲ ਦੀ ਨਾਲ ਮੌਤ। ਕਈਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਵੀ ਹੋਈ ਹੈ, ਮੱਥਾ ਟੇਕਦੇ ਦੀ ਹੋਈ ਹੈ। ਇੱਕ ਝਾੜੂ ਮਾਰਦਾ ਸੀ ਬਜ਼ੁਰਗ, ਉਹਦੀ ਝਾੜੂ ਮਾਰਦੇ ਮਾਰਦੇ ਦੀ ਹੋ ਗਈ ਮੌਤ। ਕੋਈ ਆਫਿਸ ਦੇ ਵਿੱਚ ਬੈਠਾ ਹੈ, ਦਫ਼ਤਰ 'ਚ ਬੈਠਾ, ਉਹਦੀ ਉੱਥੇ ਹੋ ਗਈ। ਸਾਨੂੰ ਆਪਣੇ ਇੱਕ ਪਲ ਦੀ ਖਬਰ ਨਹੀਂ ਕਿ ਸਾਡੇ ਨਾਲ ਬੀਤਣਾ ਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪਤਾ ਨਹੀਂ ਭਾਈ ਦਾ ਬੰਦੇ ਦਾ ਵੀ ਇਹਨੂੰ ਕਦੋਂ ਮੌਤ ਨੇ ਲੈ ਜਾਣਾ ਤੇ ਕਿੱਥੇ ਲੈ ਜਾਣਾ। ਆਪਾਂ ਪ੍ਰਾਰੰਭਤਾ ਵਿੱਚ ਸ਼ਬਦ ਪੜ੍ਹਿਆ ਸੀ, ਬਹੁਤੀਆਂ ਲੰਬੀਆਂ ਵਿਚਾਰਾਂ ਕਰਨ ਦਾ ਸਮਾਂ ਨਹੀਂ ਹੈ, ਕੋਈ ਸਾਖੀ ਸੁਣਾਉਣ ਦਾ ਨਹੀਂ ਸਮਾਂ, ਕਿਉਂਕਿ ਭਾਈ ਗੁਰਪ੍ਰੀਤ ਸਿੰਘ ਜੀ ਨੇ ਕਾਫੀ ਲੰਬਾ ਸਮਾਂ ਲਾ ਕੇ ਸਾਖੀਆਂ ਆਦਿਕ ਸੁਣਾ ਕੇ ਆਪ ਜੀ ਨੂੰ ਗੁਰਮਤਿ ਦੇ ਨਾਲ, ਗੁਰਬਾਣੀ ਨਾਲ ਜੋੜਨ ਦਾ ਯਤਨ ਕੀਤਾ ਹੈ। ਸਮਾਂ ਸੀਮਤ ਹੈ, ਸੋ 5-7 ਮਿੰਟਾਂ 'ਚ ਆਪਾਂ ਆਨੰਦ ਸਾਹਿਬ ਪੜ੍ਹ ਦੇਣਾ ਤੇ ਇਸ ਕਰਕੇ ਬਹੁਤੀ ਲੰਬੀ ਵਿਚਾਰ ਕਰਨ ਦਾ ਸਮਾਂ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੁਝ ਨਹੀਂ ਪਤਾ ਚੱਲਦਾ ਭਾਈ, ਇਹ ਸਾਰਾ ਧੁੰਦੂ ਕਰ ਰਹੀ ਹੈ, ਪਤਾ ਨਹੀਂ ਕੀ ਬਣ ਜਾਣਾ ਇਸ ਮਨੁੱਖ ਦੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ, ਕਹਿੰਦੇ ਨਾਨਕ ਕਿਸਨੋਂ ਆਖੀਐ, ਨਾਨਕ ਕਿਸਨੋਂ ਆਖੀਐ ਬਿਨ ਪੁੱਛਿਆ ਹੀ ਲੈ ਜਾਏ। ਆ ਕਈ ਵਾਰ ਪੁਲਿਸ ਵਾਲੇ ਆਉਂਦੇ ਨਾ, ਪਕੜ ਕੇ ਲੈ ਜਾਂਦੇ, ਪਕੜ ਕੇ ਲੈ ਜਾਂਦੇ ਪੁਲਿਸ ਵਾਲੇ। ਉਹਨਾਂ ਦਾ ਤਾਂ ਪਤਾ ਹੁੰਦਾ ਨਾ ਵੀ ਇਹਨੇ ਕੋਈ ਅਪਰਾਧ ਕੀਤਾ, ਚੋਰੀ ਕੀਤੀ, ਕੋਈ ਕਤਲ ਕੀਤਾ, ਵੀ ਤਾਂ ਪਕੜ ਕੇ ਲੈ ਗਏ। ਤੇ ਸਾਧ ਸੰਗਤ ਜੀ ਇਹ ਵੀ ਪਤਾ ਹੁੰਦਾ ਵੀ ਕਿੱਥੇ ਲੈ ਗਏ, ਥਾਣੇ 'ਚ ਹੀ ਲੈ ਕੇ ਜਾਂਦੇ। ਪਰ ਜਦੋਂ ਮੌਤ ਦੇ ਜਮਦੂਤ ਆਉਂਦੇ ਨੇ, ਇਹ ਨਹੀਂ ਪਤਾ ਵੀ ਕਦੋਂ ਤੇ ਕਿੱਥੇ ਲੈ ਜਾਣ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹਦੀ ਮੌਤ ਮਨੁੱਖ ਦੀ ਜਦੋਂ ਆਉਂਦੀ ਹੈ, ਕਿਸੇ ਦੀ ਕੋਈ ਪੇਸ਼ ਨਹੀਂ, ਕਿਸੇ ਦੀ ਕੋਈ ਜੁਰਤ ਨਹੀਂ ਹੈ ਕਿ ਕੋਈ ਇਹ ਪੁੱਛ ਸਕੇ ਕਿਸੇ ਨੂੰ ਵੀ ਇਸ ਮਨੁੱਖ ਨੂੰ ਤੁਸੀਂ ਲੈ ਕੇ ਚੱਲੇ ਹੋ, ਕਿੱਥੇ ਲੈ ਕੇ ਚੱਲੇ ਹੋ। ਨਾਨਕ ਕਿਸਨੋਂ ਆਖੀਏ, ਕਹਿੰਦੇ ਕਿਹਨੂੰ ਕਹੀਏ, ਕਿਉਂਕਿ ਜਦੋਂ ਮੌਤ ਆਉਂਦੀ ਹੈ, ਮੌਤ ਦੇ ਫਰਿਸ਼ਤੇ ਆਉਂਦੇ ਨੇ, ਉਦੋਂ ਬਿਨ ਪੁੱਛਿਆ, ਕਿਸੇ ਧੀ ਪੁੱਤ ਨੂੰ ਨਹੀਂ ਪੁੱਛਣਾ ਵੀ ਤੇਰੇ ਬਾਪੂ ਨੂੰ ਲੈ ਕੇ ਚੱਲਿਆ, ਤੇਰੀ ਮਾਤਾ ਨੂੰ ਲੈ ਕੇ ਚੱਲਿਆ, ਕਿਸੇ ਨੂੰ ਕੁਛ ਨਹੀਂ ਪੁੱਛਿਆ ਜਾਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਬਿਨਾ ਪੁੱਛਿਆ ਹੀ, ਕਿਸੇ ਦੀ ਸਲਾਹ ਕੋਈ ਨਹੀਂ, ਬਿਨਾ ਪੁੱਛਿਆ ਹੀ ਮੌਤ ਦੇ ਫਰਿਸ਼ਤੇ, ਜਮਦੂਤ ਕਹਿ ਲੋ, ਕੁਛ ਕਹਿ ਲੋ, ਇਸ ਮਨੁੱਖ ਨੂੰ ਲੈ ਕੇ ਹੋ ਤੁਰਦੇ ਨੇ, ਕਿਸੇ ਦੀ ਕੋਈ ਇਜਾਜ਼ਤ ਨਹੀਂ। ਸਾਡੇ ਘਰੋਂ ਕੋਈ ਚੀਜ਼ ਕਿਸੇ ਨੇ ਲੈ ਕੇ ਜਾਣੀ ਹੋਵੇ ਨਾ, ਪੁੱਛ ਕੇ ਲਿਜਾਊਗਾ ਵੀ ਭਾਈ ਮੈਨੂੰ ਫਲਾਣੀ ਚੀਜ਼ ਤੇਰੇ ਘਰ ਦੀ ਚਾਹੀਦੀ ਹੈ, ਤੇ ਆਪਾਂ ਕਹਾਂਗੇ ਲੈ ਜਾ, ਫੇਰ ਲਿਜਾਊਗਾ ਨਾ ਅਗਲਾ। ਕਿੰਨੀਆਂ ਚੀਜ਼ਾਂ ਸਾਡੇ ਘਰ ਦੀਆਂ ਨੇ, ਕਿੰਨਾ ਸਮਾਨ ਸਾਡੇ ਘਰ 'ਚ ਪਿਆ ਹੈ, ਲੈ ਜਦੋਂ ਸਾਡੇ ਘਰ ਵਿੱਚੋਂ ਸਾਡਾ ਕੋਈ ਧੀ ਪੁੱਤ ਜਾਂ ਸਾਡਾ ਕੋਈ ਮਾਤਾ ਪਿਤਾ, ਕੋਈ ਸੰਬੰਧੀ ਚਾਚਾ ਤਾਇਆ, ਕਿਸੇ ਨੂੰ ਮੌਤ ਨੇ ਲੈ ਕੇ ਜਾਣਾ ਤੇ ਕਿਸੇ ਨੂੰ ਨਹੀਂ ਪੁੱਛਣਾ, ਸਾਡੀ ਕੋਈ ਸਲਾਹ ਨਹੀਂ ਲੈਣੀ ਉਹਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬਿਨਾਂ ਪੁੱਛਿਆ ਹੀ ਮੌਤ ਜਿਹੜੀ ਹੈ ਇਸ ਮਨੁੱਖ ਨੂੰ ਲੈ ਕੇ ਹੋ ਤੁਰਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਕੋਈ ਬੰਦਾ ਇੱਥੇ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਰੱਜ ਕੇ ਜਿਉ ਲੂੰਗਾ। ਵੈਸੇ ਰੱਜ ਕੇ ਜਿਉਣ ਵਾਸਤੇ ਅਨੇਕਾਂ ਯਤਨ ਮਨੁੱਖ ਬਥੇਰੇ ਕਰਦਾ ਹੈ, ਆਪਾਂ ਸਾਰੇ ਯਤਨਸ਼ੀਲ ਹਾਂ ਕਿ ਅਸੀਂ ਰੱਜ ਕੇ ਜਿਉਣਾ ਹੈ,
ਚੋਖੀ ਮਾਇਆ ਜੋੜ ਲਈਏ, ਜ਼ਮੀਨਾਂ ਜਾਇਦਾਦਾਂ ਮਕਾਨ ਆਦਿਕ ਬਣਾ ਲਈਏ, ਅਸੀਂ ਸਾਰੇ ਚਾਹੁੰਦੇ ਆ। ਜੇ ਪੁੱਛੀਏ ਵੀ ਕਿਉਂ ਬਣਾਉਣਾ ਚਾਹੁੰਦਾ ਇੰਨੀ ਪ੍ਰਾਪਰਟੀ ਤੋਂ, ਆਪਾਂ ਕਹਾਂਗੇ ਮੈਂ ਤਾਂ ਰੱਜ ਕੇ ਜਿਉਣਾ ਹੈ। ਇਹੀ ਕਹਾਂਗੇ ਨਾ ਵੀ ਮੈਂ ਬਹੁਤ ਇੰਜੋਏ ਕਰਨਾ ਹੈ, ਰੱਜ ਕੇ ਜਿਉਣਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਜ ਨਾ ਕੋਈ ਜੀਵਿਆ। ਕਹਿੰਦੇ ਭਾਈ ਰੱਜ ਕੇ ਤਾਂ ਕੋਈ ਵੀ ਨਹੀਂ ਜੀਆ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ। ਕਹਿੰਦੇ ਇੱਥੇ ਸਾਧ ਸੰਗਤ ਜੀ ਲੰਬੀਆਂ ਲੰਬੀਆਂ ਉਮਰਾਂ ਭੋਗ ਕੇ ਦੁਨੀਆ ਦੇ ਲੋਕ ਚਲੇ ਗਏ, ਪਰ ਫੇਰ ਵੀ ਉਹ ਰੱਜੇ ਨਹੀਂ, ਫੇਰ ਵੀ ਰੱਜ ਕੇ ਉਹਨਾਂ ਤੋਂ ਜਿਉਂ ਨਹੀਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਦੇ ਮੁਕਾ ਕੇ ਇੱਥੋਂ ਜਾਂਦਾ ਹੈ। ਰੱਜ ਕੇ ਜਿਉਣ ਤੋਂ ਭਾਵ ਆ ਵੀ ਸਾਰਾ ਕੁਝ ਖਤਮ ਕਰਕੇ, ਆਪਣੀ ਜ਼ਿੰਦਗੀ ਦਾ ਸਾਰਾ ਕੁਝ ਖਤਮ ਕਰਕੇ ਵੀ ਲੈ ਵੀ ਹੁਣ ਮੈਂ ਵਿਹਲਾ ਹੋ ਗਿਆ। ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਮੈਂ ਵਿਹਲਾ ਹੋ ਗਿਆ। ਸਾਧ ਸੰਗਤ ਜੀ ਇੱਥੇ ਧੰਦੇ, ਜਿਹੜੇ ਮਨੁੱਖ ਹੈ ਜਿਹੜਾ ਧੰਦਿਆਂ ਨੂੰ ਕਰਦਾ ਹੈ ਉਹ ਮੁੱਕ ਜਾਂਦਾ ਹੈ। ਧੰਦੇ ਥੋੜਾ ਮੁੱਕਦੇ। ਕਿਹਦੇ ਧੰਦੇ ਮੁੱਕੇ ਨੇ? ਜਿੰਨੇ ਵੀ ਗਏ ਨੇ ਧੰਦਾ ਫੇਰ ਚੱਲ ਰਿਹਾ, ਕੰਮ ਫੇਰ ਚੱਲ ਰਿਹਾ। ਮਨੁੱਖ ਨੂੰ ਇਹ ਵੀ ਜਿੰਨਾ ਵੀ ਕਾਰੋਬਾਰ, ਜਿੰਨਾ ਵੀ ਧੰਦਾ ਮੇਰੇ ਕਰਕੇ ਚੱਲ ਰਿਹਾ, ਆ ਪਰਿਵਾਰ ਮੇਰੇ ਕਰਕੇ ਪਲ ਰਿਹਾ, ਇਹ ਮਨੁੱਖ ਦਾ ਬਹੁਤ ਵੱਡਾ ਭਰਮ ਹੈ ਵੀ ਜੋ ਵੀ ਚੱਲ ਰਿਹਾ ਮੇਰੇ ਕਰਕੇ ਚੱਲ ਰਿਹਾ। ਇਹ ਜਿੰਨੇ ਵੀ ਧੰਦੇ ਚੱਲ ਰਹੇ ਮੇਰੇ ਕਰਕੇ ਚੱਲ ਰਹੇ ਨੇ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਭਾਈ ਤੂੰ ਮੁੱਕ ਜਾਏਗਾ ਪਰ ਤੇਰੇ ਧੰਦੇ ਨਹੀਂ ਜੇ ਮੁੱਕਣੇ ਹੈ। ਤੇਰੇ ਕੰਮ ਨਾ ਮੁੱਕਣੇ ਜੀ ਬੰਦਿਆ, ਤੂੰ ਮੁੱਕ ਜਾਣਾ, ਤੂੰ ਮੁੱਕ ਜਾਣਾ। ਤੇਰੇ ਕੰਮ ਨਾ ਮੁੱਕਣੇ ਜੀ, ਤੂੰ ਮੁੱਕ ਜਾਣਾ, ਤੂੰ ਮੁੱਕ ਜਾਣਾ। ਤੂੰ ਮੁੱਕ ਜਾਣਾ, ਤੂੰ ਮੁੱਕ, ਕੰਮ ਨਾ ਮੁੱਕਣੇ ਜੀ, ਤੂੰ ਮੁੱਕ ਜਾਣਾ, ਤੂੰ ਮੁੱਕ ਜਾਣਾ। ਕੰਮ ਨਾ ਮੁੱਕਣੇ ਜੀ, ਤੂੰ ਮੁੱਕ ਜਾਣਾ, ਤੂੰ ਮੁੱਕ ਜਾਣਾ। ਇਹ ਮਨੁੱਖ ਦੇ ਸਾਧ ਸੰਗਤ ਜੀ ਕੰਮ ਨਹੀਂ ਮੁੱਕਦੇ, ਮਨੁੱਖ ਮੁੱਕ ਜਾਂਦਾ ਇਹਨਾਂ ਕੰਮਾਂ ਕਾਰਾਂ ਨੂੰ ਕਰਦੇ ਆ। ਮਨੁੱਖ ਇਹ ਕਹਿੰਦਾ ਹੈ ਵੀ ਮੈਂ ਸਾਰਾ ਕੁਝ ਕਰਕੇ ਫਿਰ ਸੰਸਾਰ ਤੋਂ ਜਾਊਂ, ਪਹਿਲਾਂ ਵੱਡਾ ਹੋਊਂਗਾ, ਵਿਆਹ ਹੋਊਗਾ ਮੇਰਾ। ਸਾਰਿਆਂ ਦੀ ਆਸ ਇਹੀ ਹੈ ਨਾ ਆਪਣੀ, ਸਾਰਿਆਂ ਦੀ। ਫਿਰ ਮੇਰੇ ਪੁੱਤ ਧੀ ਵਿਆਹੇ ਜਾਣਗੇ, ਉਹਨਾਂ ਦੇ ਵਿਆਹ ਵੇਖਣੇ, ਪੋਤਰੇ ਵੇਖਣੇ ਆ। ਇੱਥੋਂ ਤੱਕ ਆਸ ਲਾਈ ਵੀ ਪੋਤਰਿਆਂ ਦੇ ਵੀ ਵਿਆਹ ਦੇਖ ਕੇ ਜਾਈਏ। ਆਖੋ ਸਤਨਾਮ ਸ਼੍ਰੀ, ਸਾਡੀ ਆਸ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਜ ਨਾ ਕੋਈ ਜੀਵਿਆ। ਇੱਥੇ ਭਾਈ ਰੱਜ ਕੇ ਕੋਈ ਨਹੀਂ ਜਿਉਇਆ, ਕੋਈ ਵੀ ਰੱਜ ਕੇ ਨਹੀਂ ਜਿਉਇਆ। ਜਿਉਂਦਾ ਕੌਣ ਹੈ? ਗਿਆਨੀ ਜੀਵੈ ਸਦਾ ਸਦਾ, ਸੁਰਤੀ ਹੀ ਪਤ ਹੋਏ। ਇੱਥੇ ਆਤਮਿਕ ਜੀਵਨ ਵਾਲਾ ਮਨੁੱਖ ਹੈ ਨਾ ਜਿਹੜਾ, ਆਤਮਿਕ ਸੋਝੀ ਵਾਲਾ, ਜਿਹੜਾ ਆਤਮਿਕ ਜੀਵਨ ਵਾਲਾ ਮਨੁੱਖ ਹੈ, ਜਿਹਨੇ ਸੁਰਤ ਆਪਣੀ ਪ੍ਰਮਾਤਮਾ ਕਾਲ ਪੁਰਖ ਦੇ ਨਾਲ ਜੋੜੀ ਹੋਈ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਜਿਉਂਦਾ ਹੈ ਤੇ ਉਹੀ ਜਿਉਂਦਾ ਹੈ ਜਿਹਦੀ ਸੋਚ ਉੱਚੀ ਹੈ, ਜਿਹਦੀ ਸੋਚ ਅਕਾਲ ਪੁਰਖ ਨਾਲ ਜੁੜੀ ਹੈ। ਉਹ ਮਨੁੱਖ ਜਿਹੜਾ ਹੈ ਨਾ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਣ ਇੱਜ਼ਤ ਪ੍ਰਾਪਤ ਕਰਦਾ ਹੈ। ਉਹ ਮਨੁੱਖ ਸਮਝ ਲਓ ਵੀ ਜਿਉਂਦਾ ਹੈ, ਜਿਹਨੇ ਸੁਰਤ ਆਪਣੀ ਪ੍ਰਮਾਤਮਾ ਨਾਲ ਜੋੜ ਲਈ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਰਫੈ ਸਰਫੈ ਸਦਾ ਸਦਾ ਏਵੇਂ ਗਈ ਵਿਹਾਏ। ਇਹ ਮਨੁੱਖ ਨੇ ਸਰਫੇ ਕਰਕੇ, ਇਹ ਮਨੁੱਖ ਨੇ ਕਿਰਸਾਂ ਕਰ ਕਰਕੇ ਆਪਣਾ ਜਿਹੜੀ ਸਾਰੀ ਉਮਰ ਹੈ ਉਹ ਗਵਾ ਲਈ, ਖਤਮ ਕਰ ਲਈ। ਆਹ ਕਰ ਲਵਾਂ ਮੈਂ, ਉਹ ਕਰ ਲਵਾਂ, ਆਹ ਕਰ ਲਵਾਂ। ਇਹਨਾਂ ਕਿਰਸਾਂ ਦੇ ਵਿੱਚ ਹੀ, ਇਹਨਾਂ ਸਰਫਿਆਂ ਦੇ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪਣੀ ਸਾਰੀ ਉਮਰ ਗਵਾ ਲਈ। ਭਾਵ ਜੋ ਕੰਮ ਕਰਨਾ ਸੀ ਉਹ ਨਾ ਕੀਤਾ। ਕੰਮ ਕੀ ਸੀ ਜੀ? ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ। ਆਪਾਂ 24 ਘੰਟਿਆਂ ਵਿੱਚ ਕਿੰਨਾ ਕੁ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਆ। ਜੇ ਅੱਜ ਵੀ ਆਪਾਂ ਬੈਠੇ ਆ ਵਿੱਚੇ ਮੈਂ ਆ, ਇਹ ਵੀ ਆਪਾਂ ਸਾਧ ਸੰਗਤ ਜੀ ਕੋਈ ਮਜਬੂਰੀ ਦੇ ਵੱਜੇ ਹੀ ਬੈਠੇ, ਨਹੀਂ ਇੰਨੀ ਦੇਰ ਸਾਡੇ ਥੋੜਾ ਬੈਠਿਆ ਜਾਂਦਾ।
ਗੁਰੂ ਘਰਾਂ ਚ ਆਪਾਂ ਜਾਂਦੇ ਹੀ ਆ, 5-7 ਮਿੰਟ ਬੈਠੇ ਮੱਥਾ ਟੇਕਿਆ, ਕਈ ਤਾਂ ਵਿਚਾਰੇ ਮੱਥਾ ਟੇਕਣ ਸਾਰੀ ਮੁੜ ਜਾਂਦੇ ਆ, ਉਹਨਾਂ ਤੋਂ ਪਰਿਕਰਮਾ ਵੀ ਨਹੀਂ ਹੁੰਦੀ, ਸਮਾਂ ਹੀ ਨਹੀਂ। ਕਈ ਭੱਜੇ ਭੱਜੇ ਆਉਂਦੇ, ਭੱਜੇ ਭੱਜੇ ਜਾਂਦੇ, ਕੋਈ 5-4 ਮਿੰਟ ਬਹਿ ਜਾਂਦਾ। ਇਸ ਕਰਕੇ ਸਾਧ ਸੰਗਤ ਜੀ, ਇਸ ਮਨੁੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪਣੀ ਉਮਰ ਬਿਤਾ ਲਈ, ਆਪਣੀ ਉਮਰ ਖਤਮ ਕਰ ਲਈ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ ਇਸਨੇ ਹੀਰਿਆਂ ਵਰਗਾ ਜੀਵਨ ਬੇਕਾਰ ਕਰ ਦਿੱਤਾ। ਸਰਫੈ ਸਰਫੈ ਸਦਾ ਸਦਾ ਏਵੇਂ ਗਹੀ ਬਿਹਾਏ, ਆ ਕਰ ਲਾਂ ਉਹ ਕਰ ਲਾਂ ਆ ਜੋੜ ਲਾਂ। ਇਸ ਤਰ੍ਹਾਂ ਸਾਧ ਸੰਗਤ ਜੀ ਦੁਨੀਆ ਦੇ ਧਨ ਪਦਾਰਥਾਂ ਦੇ ਜੋੜਨ ਦੇ ਚੱਕਰ ਵਿੱਚ, ਲੋਭ ਦੇ ਲਾਲਚ ਦੇ ਚੱਕਰ ਦੇ ਵਿੱਚ ਇਸ ਮਨੁੱਖ ਨੇ ਆਪਣੀ ਸਾਰੀ ਉਮਰ ਗਵਾ ਲਈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਦੋਂ ਮੌਤ ਦਾ ਸਮਾਂ ਆਇਆ ਨਾ, ਫਿਰ ਕਿਸੇ ਨੇ ਪੁੱਛਿਆ ਵੀ ਨਹੀਂ ਵੀ ਇਹਨੂੰ ਕਿੱਥੇ ਲੈ ਕੇ ਚੱਲੇ ਆ। ਫਿਰ ਨਹੀਂ ਕਿਸੇ ਨੇ ਪੁੱਛਿਆ। ਜਿਨ੍ਹਾਂ ਵਾਸਤੇ ਜੋੜਦਾ ਰਿਹਾ ਉਹਨਾਂ ਨੂੰ ਵੀ ਨਹੀਂ ਪੁੱਛਿਆ ਵੀ ਇਹਨੂੰ ਭਾਈ ਹੁਣ ਲੈ ਕੇ ਚੱਲੇ ਆ, ਫਲਾਣੀ ਜਗ੍ਹਾ ਲੈ ਕੇ ਚੱਲੇ ਆ, ਉਹਨਾਂ ਨੂੰ ਵੀ ਨਹੀਂ ਪੁੱਛਿਆ। ਉਹਨਾਂ ਤੋਂ ਵੀ ਓਹਲੇ ਕਰਕੇ ਇਸ ਮਨੁੱਖ ਨੂੰ ਸਾਧ ਸੰਗਤ ਦੀ ਮੌਤ ਘੜੀਸ ਕੇ ਲੈ ਕੇ ਚਲੀ ਜਾਂਦੀ ਹੈ। ਜਿਨ੍ਹਾਂ ਵਾਸਤੇ ਬਹੁ ਪਰਪੰਚ ਕਰ ਪਰਤਨ ਲਿਆਵੇ, ਸੁਤ ਦਾਰਾ ਪਹਿਆਨ ਲੁਟਾਵੇ ਮਨ ਮੇਰੇ, ਭੂਲੇ ਕਪਟ ਨਾ ਕੀਜੈ ਅੰਤ ਨਿਵੇਰਾ, ਤੇਰੇ ਜੀ ਪੈ ਲੀਜੈ। ਤੇ ਸਾਧ ਸੰਗਤ ਜੀ ਪਤਾ ਹੀ ਨਹੀਂ ਚੱਲਦਾ ਕਦੋਂ ਇਹ ਮਨੁੱਖ ਚਲਾ ਜਾਂਦਾ ਹੈ। ਸੋ ਉਵੇਂ ਬੀਬੀ ਸੁਖਦੀਪ ਕੌਰ ਸੰਸਾਰ ਤੋਂ ਚਲੀ ਗਈ ਹੈ। ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ। ਆਪਾਂ ਕਹਿ ਦਿੰਦੇ ਆ ਵੀ ਹਲੇ ਉਮਰ ਨਹੀਂ ਸੀ ਜੀ, ਬੱਚੇ ਛੋਟੇ ਆ, ਜਾਂ ਉਹ ਫਲਾਣਾ ਜਵਾਨੀ 'ਚ ਹੀ ਚਲਾ ਗਿਆ, ਹਾਲ ਤਾਂ ਇੰਨੀ ਉਮਰ ਭੋਗਣੀ ਸੀ। ਇਹ ਸਾਡੀਆਂ ਗੱਲਾਂ ਨੇ, ਦੁਨੀਆਦਾਰੀ ਦੀਆਂ ਗੱਲਾਂ ਨੇ। ਪਰ ਗੱਲ ਤਾਂ ਇੱਥੇ ਨਿਬੜਦੀ ਹੈ ਵੀ ਜਿੰਨੇ ਕੁ ਸਾਹ ਅਕਾਲ ਪੁਰਖ ਜੀ ਨੇ ਪਾਏ ਹੈ, ਜਦੋਂ ਉਹਨਾਂ ਸਾਹਾਂ ਦਾ ਭੰਡਾਰ ਮੁੱਕ ਗਿਆ, ਫਿਰ ਤਾਂ ਸਾਧ ਸੰਗਤ ਜੀ ਭਾਵੇਂ ਕੋਈ ਬੱਚਾ ਹੈ, ਭਾਵੇਂ ਕੋਈ ਜਵਾਨ ਹੈ, ਭਾਵੇਂ ਅੱਧ ਖੜਦਾ, ਭਾਵੇਂ ਕੋਈ ਬੁੱਢਾ ਹੈ, ਉਹਨੇ ਜਾਣਾ ਹੀ ਜਾਣਾ। ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ। ਇਹ ਤਾਂ ਸਵਾਸਾਂ ਦਾ ਭੰਡਾਰ ਹੈ। ਇਹਨੂੰ ਅੱਜ ਮੁੱਕ ਜਾਣ, ਅੱਜ ਚਲੇ ਜਾਵਾਂਗੇ, ਸਾਲ ਨਾ ਮੁੱਕਣ, 20 ਸਾਲ ਨਾ ਮੁੱਕਣ। ਇਹ ਸਵਾਸਾਂ ਦਾ ਭੰਡਾਰ ਹੈ। ਇਸ ਕਰਕੇ ਇਹਨਾਂ ਸਵਾਸਾਂ ਦੀ ਕਦਰ ਨੂੰ ਜਾਣੀਏ, ਇਹਨਾਂ ਸਵਾਸਾਂ ਨੂੰ ਕਰੀਏ ਸਫਲ। ਸਵਾਸ ਸਫਲ ਹੁੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਕੇ। ਸਵਾਸ ਸਾਧ ਸੰਗਤ ਸਫਲ ਹੁੰਦੇ ਨੇ ਅਕਾਲ ਪੁਰਖ ਦਾ ਆਰਾਧਨ ਕਰਕੇ, ਬਾਣੀ ਪੜ੍ਹ ਕੇ, ਅਕਾਲ ਪੁਰਖ ਦਾ ਨਾਮ ਜਪ ਕੇ। ਸਵਾਸ ਸਫਲ ਹੁੰਦੇ ਨੇ ਚੰਗੇ ਅਮਲ ਕਮਾ ਕੇ। ਇਸ ਕਰਕੇ ਜਿੰਨੇ ਸਵਾਸ ਸਾਡੇ ਚਲੇ ਗਏ, ਉਹ ਤਾਂ ਸਾਧ ਸੰਗਤ ਜੀ ਸਾਡੇ ਚਲੇ ਗਏ ਨੇ, ਉਹਨਾਂ ਨੂੰ ਤਾਂ ਵਾਪਸ ਲਿਆ ਨਹੀਂ ਸਕਦੇ। ਤੇ ਜਿੰਨੇ ਕੁ ਰਹਿ ਗਏ, ਪਤਾ ਤਾਂ ਹੈ ਨਹੀਂ ਵੀ ਕਿੰਨੇ ਕੁ ਨੇ, ਪਰ ਚਲੋ ਜਿੰਨੇ ਕੁ ਹੈ ਨੇ, ਇਹਨਾਂ ਨੂੰ ਸਫਲ ਕਰੀਏ, ਚੰਗੇ ਅਮਲ ਕਮਾ ਲਈਏ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਹਿ ਆਏ ਕੰਮ। ਆਓ ਚੰਗੇ ਗੁਣਾਂ ਨੂੰ ਖੱਟੀਏ ਸੰਸਾਰ 'ਚ। ਜਿੱਥੇ ਸੰਸਾਰ 'ਚ ਸੋਭਾ ਹੋਵੇ, ਉੱਥੇ ਮਾਲਕ ਦੀ ਦਰਗਾਹ ਦੇ ਵਿੱਚ ਵੀ ਸਾਡੀ ਸੋਭਾ ਹੋਵੇ। ਇਸ ਕਰਕੇ ਆਓ ਆਪਣੇ ਜੀਵਨ ਨੂੰ ਬਣਾਈਏ, ਮੌਤ ਨੂੰ ਚੇਤੇ ਰੱਖੀਏ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਰੱਖੀਏ, ਫਿਰ ਸਾਡਾ ਲੋਕ ਪਰਲੋਕ ਸਹਿਲਾ ਹੋਵੇਗਾ। ਸੋ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਤੁਸੀਂ ਖੜੇ ਹੋ ਔਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹੋ। ਅਰਦਾਸ ਕਰੀਏ ਗੁਰੂ ਚਰਨਾਂ 'ਚ ਸੱਚੇ ਪਾਤਸ਼ਾਹ, ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਦਿਓ, ਚਰਨਾਂ 'ਚ ਨਿਵਾਸ, ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ੋ। ਇੱਕ ਗੁਰਬਾਣੀ ਦੀ ਅਸੀਸ ਦੀ ਇੱਕ ਪੰਕਤੀ ਪੜ੍ਹ ਕੇ ਨਾਲ ਦੀ ਨਾਲ ਆਨੰਦ ਸਾਹਿਬ 'ਚ ਜੁੜਾਂਗੇ। ਹੋਵੇ ਸਾਹਿਬ ਸਿਉ ਮੇਲ ਦੇ ਹੋ ਸੱਜਣ ਸੀਸੜੀਆਂ, ਹੋਵੇ ਸਾਹਿਬ ਸਿਉ ਮੇਲ ਦੇ ਹੋ ਸੱਜਣ ਸੀਸੜੀਆਂ। ਦੇਹੋ ਸੱਜਣ ਅਸੀਸੜੀਆਂ, ਸੱਜਣ ਅਸੀਸੜੀਆਂ। ਜਿਉ ਹੋਵੇ ਸਾਹਿਬ ਸਿਉ ਮੇਲ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ ਦੇਹੋ ਸੱਜਣ ਅਸੀਸੜੀਆਂ।
देहो सज्जन असीसड़ियां ज्यों होवै साहिब स्यों मेल। सतगुरु रहमतां करन विछड़ी रूह नूं अपने चरनां 'च निवास, परिवार नूं भाਣਾ ਮੰਨਣ ਦੇ ਬਲ ਬਖਸ਼ਣ। ਹੁਣ ਬਾਬਾ ਹਰੀ ਸਿੰਘ ਜੀ ਸਮਾਪਤੀ ਕਰਨਗੇ, ਆਨੰਦ ਸਾਹਿਬ ਪੜ੍ਹਨਗੇ। ਸੋ ਆਓ ਆਨੰਦ ਸਾਹਿਬ ਦੀ ਬਾਣੀ ਨਾਲ ਜੁੜੀਏ, ਫਿਰ ਅਰਦਾਸ ਵਿੱਚ ਸਾਰਿਆਂ ਨੇ ਸ਼ਾਮਲ ਹੋਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।